ਪਿਆਰੇ ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਟਿੱਪਣੀਕਾਰ ਰਮਨੀਕ ਸਿੰਘ ਮਾਨ ਹਨ। ਉਹਨਾਂ ਨਾਲ ਕੁਝ ਅਹਿਮ ਮਾਮਲਿਆਂ ਦੇ ਬਾਰੇ ਗੱਲ ਕਰਾਂਗੇ। ਗੱਲਬਾਤ ਸ਼ੁਰੂ ਕਰਾਂਗੇ ਕਿ ਪੰਜਾਬ ਦੇ ਵਿੱਚ ਈਡੀ ਨੇ ਜਿਹੜੇ ਛਾਪੇ ਮਾਰੇ ਨੇ, ਛਾਪੇ ਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ, ਉਹਨਾਂ ਦੇ ਭਾਣਜੇ ਜਿਹੜਾ ਦਾ ਨਾਮ ਵੀ ਸ਼ਾਮਲ ਆ ਤੇ ਉਹਦੇ ਤੋਂ ਕਿਹਾ ਜਾਂਦਾ ਪੈਸਾ ਲਿਆ ਗਿਆ, पैसा मिलिया है 4 करोड़, कोई 10 करोड़ कहता, कोई एग्जैक्ट गिनती नहीं हैगी, मतलब भी कितना पैसा आया, पैसा फड़िया गया। तो दूजे पासे पंजाब के मुख्य मंत्री चरणजीत सिंह चन्नी ने कहा है प्रैस कानफ्रेंस करके, उन्होंने दोष लाया कि पिछले दिन जो प्रधानमंत्री की फेरी सी वो अपनी रैली वाली थां ते नहीं सी जा सके, तो वो सारी उस रैली की फेलीयर की जी असफलता जो भी मामला सीगा ਉਹਦੀ ਕਿਹੜ ਕੱਢੀ ਜਾ ਰਹੀ ਹੈ ਕੇਂਦਰ ਸਰਕਾਰ, ਤੇ ਕੇਂਦਰ ਸਰਕਾਰ ਈਡੀ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤ ਰਹੀ ਹੈ। ਤੇ ਅਸੀਂ ਮਾਨ ਸਾਹਿਬ ਤੋਂ ਜਾਣਾਂਗੇ ਕਿ ਮਾਨ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਬਾਈ ਜੀ ਸਤਿ ਸ੍ਰੀ ਅਕਾਲ, ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਬਾਈ ਜੀ ਦੇਖੋ, ਗੱਲ ਇਹ ਆ ਕਿ ਜਿੱਥੇ ਤਾਈਂ ਗੱਲ ਹੈ ਕਿ ਵੀ ਕੋਈ ਕੇਂਦਰੀ ਏਜੰਸੀ ਆ, ਚਾਹੇ ਉਹ ਈਡੀ ਆ, ਸੀਬੀਆਈ ਆ, ਜਾਂ NIA ਆ, ਜਾਂ ਹੋਰ ਵੀ ਜਿਹੜੀ ਸਰਕਾਰੀ ਦਾਇਰੇ ਨੇ ਜਿਹੜੇ ਕੇਂਦਰ ਦੇ ਅਧੀਨ ਨੇ, ਉਹਨਾਂ ਨੂੰ ਜਿਵੇਂ ਤੁਸੀਂ ਪਿਛਲੇ ਦਿਨ ਦੇਖਿਆ ਵੀ ਕਾਨਪੁਰ ਦੇ ਵਿੱਚ ਇੱਕ ਜਿਹੜਾ ਇਤਰ ਦਾ ਵਪਾਰੀ ਸੀਗਾ, ਉਹਦੇ ਘਰੋਂ ਸੈਂਕੜੋਂ ਕਰੋੜ ਰੁਪਇਆ ਜਿਹੜਾ ਨਗਦੀ, ਉਸ ਤੋਂ ਬਾਅਦ ਸੋਨਾ, ਹੋਰ ਚੀਜ਼ਾਂ ਜਿਹੜੀਆਂ ਬਰਾਮਦ ਹੋਈਆਂ ਨੇ। ਮੈਂ ਸਮਝਦਾ ਕਿ ਵੀ ਇਲ ਗੋਟਨ ਮਨੀ ਜਿਹੜਾ ਆ, ਜਿਹੜਾ 2 ਨੰਬਰੀ ਪੈਸਾ ਜਿਹਨੂੰ ਅਸੀਂ ਕਹਿੰਦੇ ਆ ਪੰਜਾਬੀ 'ਚ, ਉਹ 2 ਨੰਬਰ ਦਾ ਪੈਸਾ ਅਗਰ ਕਿਸੇ ਕੋਲ ਹੈ, ਔਰ ਸਰਕਾਰੀ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੀ ਹੋਰ ਐਲਾਨੀਆਂ ਗੱਲ ਦੱਸਦਾ ਕਿ ਵੀ 2 ਲੱਖ ਰੁਪਏ ਤੋਂ ਵੱਧ ਨਗਦ ਰੱਖਣ ਦਾ ਅਖਤਿਆਰ ਨਹੀਂ ਹੈ ਕਿਸੇ ਕੋਲ। ਤੇ ਉਹੀ ਜਿਹੜੀ ਪਿੱਛੇ ਇੱਕ ਮੁਹਿੰਮ ਚੱਲੀ ਸੀਗੀ ਕਿ ਭਈ ਇਹਨਾਂ ਦੇ ਨੋਟ ਵੀ ਬਦਲੇ ਤੇ ਹੋਰ 100 ਕਿਸਮ ਦੀਆਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਕੀ ਕਹਿੰਦੇ ਆ ਉਹਨੂੰ, ਕਿ ਵੀ ਉਹਨਾਂ ਨੇ ਇੰਪਲੀਮੈਂਟ ਕੀਤੇ ਆ ਪ੍ਰੋਗਰਾਮ, ਉਹਦੇ ਤਹਿਤ। ਅੱਛਾ, ਇੱਕ ਜਿਹਨੂੰ ਅਸੀਂ ਕਹਿੰਦੇ ਕਿ ਵੀ ਇੱਕ ਨਾਗਰਿਕ ਹੋਣ ਦੇ ਨਾਤੇ ਅਗਰ ਆਪਾਂ ਨੂੰ ਦੇਖੀਏ ਜੰਮੂ ਸਾਹਿਬ, ਤੇ ਮੈਂ ਸਮਝਦਾ ਕਿ ਵੀ ਅਗਰ ਕਿਸੇ ਕੋਲ ਇਲਗੋਟਨ ਮਨੀ ਫੜਿਆ ਜਾਂਦਾ, ਫਰਜ਼ ਕਰ ਲਓ ਕਿ ਵੀ ਛਾਪੇਮਾਰੀ ਹੁੰਦੀ, ਛਾਪੇਮਾਰੀ 'ਚ ਨਿਕਲਦਾ ਕੁਛ ਨਹੀਂ, ਫਿਰ ਤਾਂ ਆਪਾਂ ਕਹਿ ਸਕਦੇ ਆ ਕਿ ਵੀ ਇਹ ਧੱਕਾ ਕੀਤਾ ਗਿਆ, ਜਾਂ ਇਹ ਇੱਕ ਪੋਲੀਟੀਕਲ ਵੈਂਡੇਟਾ ਦੇ ਤਹਿਤ ਜਾਂ ਬਦਲਾ ਲੈਣ ਦੇ ਤਹਿਤ ਇਹ ਗੱਲ ਕੀਤੀ ਗਈ। ਜੇਕਰ ਪੈਸੇ ਫੜੇ ਗਏ ਆ, ਫਿਰ ਉਹਨਾਂ ਨੂੰ ਵੀ ਚਾਹੀਦਾ ਕਿ ਦੇ ਸ਼ੁੱਡ ਕਮ ਆਊਟ ਕਲੀਨ, ਕਹਿਣਾ ਚਾਹੀਦਾ ਕਿ ਵੀ ਆਹ ਮੇਰੀ ਹੱਕ ਹਲਾਲ ਦੀ ਕਮਾਈ ਆ, ਆਹ ਮੇਰੀਆਂ ਰਿਟਰਨਾਂ ਨੇ, ਆਹ ਮੈਂ ਇਸ ਪੈਸੇ ਨੂੰ ਓਨ ਕਰਦਾ, ਮੈਂ ਸਿੱਧ ਕਰਦਾ, ਮੇਰਾ ਜਿਹੜਾ ਪੈਸਾ ਤੁਸੀਂ ਫੜਿਆ ਉਹ ਮੈਨੂੰ ਮੋੜਿਆ ਜਾਵੇ। ਤੇ ਇੱਕ ਚੀਜ਼ ਤਾਂ ਇਹ ਆ। ਦੂਜਾ, ਇਸ ਗੱਲ ਤੋਂ ਕੋਈ ਲੁਕੋ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਨਾਲ ਮਾਫੀਆ ਨੇ ਕੰਮ ਕੀਤਾ, ਚਾਹੇ ਉਹ ਰੇਤ ਦਾ ਮਾਫੀਆ, ਟਰਾਂਸਪੋਰਟ ਦਾ ਮਾਫੀਆ, ਲੀਕਰ ਦਾ ਮਾਫੀਆ, ਜਿਵੇਂ ਹੋਰ ਤਾਂ ਛੱਡੋ ਜੀ, ਜਿਹੜੀ ਗੱਲਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਆ, ਜੇਕਰ ਤੁਸੀਂ ਉਹਨਾਂ ਦੀਆਂ ਗੱਲਾਂ ਹੀ ਸੁਣ ਲਓ ਤੇ ਉਹ 100 ਕਿਸਮ ਦੇ ਮਾਫੀਏ ਦੇ, 100 ਕਿਸਮ ਦੇ ਜਿਹੜੇ 2 ਨੰਬਰੀ ਧੰਦੇ ਪੰਜਾਬ ਚੱਲਦੇ ਆ, ਉਹਨਾਂ ਦਾ ਵਿਖਿਆਨ ਕਰਦਾ। ਜੇ ਇਹ ਜੇ 2 ਨੰਬਰ ਦੇ ਪੈਸੇ ਫੜੇ ਜਾਂਦੇ ਆ, ਉਹ ਮੇਰਾ ਨਹੀਂ ਖਿਆਲ ਕਿ ਉਹਦੇ 'ਚ ਕੋਈ ਹਰਜ ਹੈ। ਬਾਕੀ ਮਾਨ ਸਾਹਿਬ ਇੱਕ ਗੱਲ ਕਹਿਣਾ ਚਾਹੁੰਦਾ, ਇਹ ਬਹੁਤ ਥੋੜਾ ਜਿਹਾ ਪੈਸਾ ਪੰਜਾਬ ਦੇ ਵਿੱਚ ਬਹੁਤ ਵੱਡੇ ਮਾਫੀਏ ਨੇ ਤੇ ਮਗਰਮੱਛ ਨੇ, ਮਗਰਮੱਛਾਂ ਦੀ ਥਾਂ ਤੇ ਇੱਕ ਮੈਂ ਤਾਂ ਸਮਝਦਾ ਵੀ ਇੱਕ ਛੋਟਾ ਜਿਹਾ ਜਿਹੜਾ ਬੰਦਾ ਉਹਦੇ ਵਿਰੁੱਧ ਕਾਰਵਾਈ ਹੋਈ ਹੈ, ਜਿਹੜੇ ਮਗਰਮੱਛ ਉਹਨਾਂ ਚੋਂ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋਈ। ਬਿਲਕੁਲ, ਇਹ ਵੀ ਗੱਲ ਤੁਹਾਡੀ ਬਿਲਕੁਲ ਸਟੀਕ ਹੈ। 10 ਕਰੋੜ ਰੁਪਇਆ ਜਿਹੜਾ ਆ ਉਹ ਬਹੁਤ ਛੋਟੀ ਰਕਮ ਹੈ, ਖਾਸ ਤੌਰ ਤੇ ਅਗਰ ਜਿਹੜੇ ਪਿਛਲੇ ਦਿਨ ਕਾਨਪੁਰ 'ਚ ਪੈਸੇ ਫੜੇ ਗਏ ਆ 300 ਕਰੋੜ, ਉਹ ਲੱਗਦਾ ਕਿ ਵੀ। ਪਰ ਇੱਕ ਗੱਲ ਹੋਰ ਆ ਕਿ ਜਿਵੇਂ ਪੰਜਾਬ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ 5 ਜਨਵਰੀ ਨੂੰ ਆਏ ਆ, ਉਹ ਰੈਲੀ ਨਹੀਂ ਉੱਥੇ ਕਰ ਸਕੇ, ਤੇ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਇੱਕ ਪੋਲੀਟੀਕਲ, ਜਿਹਨੂੰ ਸਿਆਸੀ ਮੁੱਦਾ ਬਣਾਇਆ। ਤੇ ਇਸੇ ਤਰੀਕੇ ਨਾਲ ਮੈਂ ਸਮਝਦਾ ਕਿ ਚੰਨੀ ਸਾਹਿਬ ਵੀ ਜਿਹੜੇ ਨੇ, ਉਹ ਜਿਹੜੀ ਈਡੀ ਦੀ ਛਾਪੇਮਾਰੀ ਆ ਉਹਨੂੰ ਸਿਆਸੀ ਮੁੱਦਾ ਬਣਾ ਰਹੇ ਆ। ਸਭ ਦਾ ਇੱਕ ਚੀਜ਼ ਹੋਰ ਹੈ ਕਿ ਵੀ 5 ਤਰੀਕ ਵਾਲਾ ਜਿਹੜਾ ਇਨਸੀਡੈਂਟ ਅਵੋਇਡ ਕੀਤਾ ਜਾ ਸਕਦਾ ਸੀਗਾ, ਪਰ ਇਹਦੇ ਪੋਲੀਟੀਕਲ ਰੈਮੀਫਿਕੇਸ਼ਨਸ, ਜਿਹੜੀ ਛਾਪੇਮਾਰੀ ਪ੍ਰਧਾਨ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਦੀ ਜਿਹੜੀ ਛਾਪੇਮਾਰੀ ਹੁੰਦੀ ਆ, ਜਾਂ ਹੋਰ ਜਿਹੜੇ, ਮੈਂ ਸਮਝਦਾ ਇੱਕ ਚੀਜ਼ ਇਹ ਸ਼ੁਰੂਆਤ ਆ। ਬਲਵਿੰਦਰ ਜੀ, ਮੈਂ ਬੜੇ ਵਾਜ਼ਿਹ ਤੌਰ ਤੇ ਦੱਸਦਾ, ਮੈਨੂੰ ਮੇਰੀ ਜਿਹੜੀ ਐਨਾਲਿਸਿਸ ਆ, ਇਹ ਸ਼ੁਰੂਆਤ ਆ। ਆਉਣ ਵਾਲੇ ਸਮੇਂ 'ਚ ਤੁਸੀਂ ਵੱਖੋ ਵੱਖਰੀਆਂ ਜਿਹੜੀਆਂ ਪਾਰਟੀਆਂ ਦੇ ਸਿਆਸੀ ਲੋਕ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਨੇੜੇ ਜਿਹੜੇ ਕੋਈ ਉਹਨਾਂ ਦੇ ਵਰਕਰ ਨੇ, ਜਾਂ ਉਹਨਾਂ ਦੇ ਕੋਈ ਫਰੈਂਡ ਹੈ, ਉਹਨਾਂ ਦੇ ਸਰਕਲ ਦੇ ਬੰਦੇ, ਉਹਨਾਂ ਤੇ ਛਾਪੇਮਾਰੀ ਹੁੰਦੀ ਰਹੂਗੀ। ਔਰ ਇਸ ਤਰੀਕੇ ਦੀਆਂ ਰਿਕਵਰੀਜ਼ ਜਿਹੜੀਆਂ, ਮੈਨੂੰ ਲੱਗਦਾ ਕਿ ਵੀ ਇਹ ਹੁਣ ਆਮ ਗੱਲ ਹੋ ਜਾਣੀ ਹੈ ਪੰਜਾਬ 'ਚ, ਜਦ ਤੱਕ ਚੋਣਾਂ ਨਹੀਂ ਹੋ ਜਾਂਦੀਆਂ, ਵੋਟਾਂ ਨਹੀਂ ਪੈ ਜਾਂਦੀਆਂ। ਪਰ ਮਾਨ ਸਾਹਿਬ, ਜਦੋਂ ਬੰਗਾਲ ਦੇ ਵਿੱਚ ਚੋਣਾਂ ਹੋਈਆਂ ਸੀ, ਉੱਥੇ ਵੀ ਇਹੋ ਜਿਹੀ ਛਾਪੇਮਾਰੀ ਹੋਈ ਸੀ।
ਫਿਰ ਤਾਮਿਲਨਾਡੂ 'ਚ ਵੀ ਹੋਈ ਸੀ। ਇਹ ਚੋਣਾਂ ਨਾਲ ਕਿਉਂ ਜੋੜਿਆ ਜਾਂਦਾ, ਕਿਉਂ ਚੋਣਾਂ ਦੌਰਾਨ ਇਹੋ ਜਿਹੀ ਛਾਪੇਮਾਰੀ? ਚੋਣਾਂ ਤੋਂ ਪਹਿਲਾਂ ਕਿੰਨਾ ਸਮਾਂ ਸੀਗਾ, ਮਤਲਬ ਪੌਣੇ 5 ਸਾਲ ਦਾ ਸਮਾਂ ਸੀਗਾ ਜਿਹਦੇ 'ਚ ਕਈ ਛਾਪੇਮਾਰੀ ਕੀਤੀ ਜਾ ਸਕਦੀ, ਇਹ ਚੋਣਾਂ ਦੇ ਵਿੱਚ ਹੀ ਕਿਉਂ ਕੀਤੀ ਜਾ ਰਹੀ? ਇਹ ਵੀ ਗੱਲ ਠੀਕ ਹੈ ਜੀ। ਇੱਕ ਨਾ ਉਹਦੇ ਦੋ ਕਾਰਨ ਨੇ। ਜਿਵੇਂ ਅਸੀਂ ਕਹਿੰਦੇ ਆ ਕਿ ਵੀ ਜਦ ਤੱਕ ਤੁਸੀਂ ਦਹੀਂ ਰਿੜਕਦੇ ਨਹੀਂ ਮੱਖਣ ਉੱਪਰ ਨਹੀਂ ਆਉਂਦਾ। ਹਾਂਜੀ। ਤੇ ਉਹ ਜਿਹੜਾ ਇਹਦਾ ਗੱਲ ਇਹ ਹੈ ਕਿ ਵੀ ਇਹ ਚੋਣਾਂ ਦਾ ਸਮੇਂ ਇਹੋ ਜਿਹਾ ਹੁੰਦਾ ਜਿਸ ਵੇਲੇ ਰੁਪਈਏ ਜਿਹੜੇ ਇਹਨਾਂ ਨੇ ਇਕੱਠੇ ਕੀਤੇ ਹੁੰਦੇ ਆ ਉਹ ਲਾਉਣੇ ਹੁੰਦੇ ਆ। ਇਹ ਇੱਕ ਤਰੀਕੇ ਦੀ 5 ਸਾਲ ਦੀ ਜਿਹੜੀ ਕੋਈ ਸਿਆਸੀ ਪਾਰਟੀ ਸੱਤਾ 'ਚ ਹੁੰਦੀ ਆ ਉਹਦੀ ਕਮਾਈ ਹੁੰਦੀ ਆ, ਜਾਂ ਕੋਈ ਪਾਰਟੀ ਆਪੋਜੀਸ਼ਨ 'ਚ ਹੁੰਦੀ ਆ ਉਹ ਆਪਣੇ ਬੰਦਿਆਂ ਨੂੰ ਮੋਬਿਲਾਈਜ਼ ਕਰਦੀ ਹੈ। ਮਨੀ ਮੋਬਿਲਾਈਜੇਸ਼ਨ ਜਿਹੜੀ ਆ ਨਾ ਉਹ ਚੋਣਾਂ ਦੇ ਦੌਰਾਨ ਜਿਸ ਵੀ ਕਿਸੇ ਸੂਬੇ ਦੇ ਵਿੱਚ ਚੋਣ ਹੋਵੇ ਉਹਦੇ 'ਚ ਮਨੀ ਮੋਬਿਲਾਈਜੇਸ਼ਨ ਜਿਹੜੀ ਆ ਚੋਣਾਂ ਦੇ ਆਸ-ਪਾਸ ਜ਼ਰੂਰ ਹੁੰਦੀ ਆ। ਤੇ ਉਸ ਵੇਲੇ ਇਹ ਜਿਹੜੀਆਂ ਕੇਂਦਰੀ ਏਜੰਸੀਆਂ ਇਹਨਾਂ ਦੀ ਨਜ਼ਰ ਵੀ ਪੈਣੀ ਹੁੰਦੀ ਆ ਤੇ ਉਹ ਉਸ ਵੇਲੇ ਛਾਪੇਮਾਰੀ ਵੀ ਕਰਦੇ ਆ। ਤੇ ਇਹਦਾ ਇੱਕ ਚੀਜ਼ ਹੋਈ। ਦੂਜਾ ਜਿਹੜਾ ਐਂਟੀ ਕਰਪਸ਼ਨ ਬਿਊਰੋ ਆ ਉਹ ਜ਼ਿੰਮੇਵਾਰੀ, ਕਿਉਂਕਿ ਆਪਾਂ ਦੋ ਗੱਲਾਂ ਨੂੰ ਬੜੇ ਵਾਜ਼ੇ ਤੌਰ ਤੇ ਸਮਝੀਏ ਕਿ ਐਂਟੀ ਕਰਪਸ਼ਨ ਬਿਊਰੋ ਆ, ਪੁਲਿਸ ਹੈ, ਹੋਰ ਜਿਹੜੇ ਦਾਇਰੇ ਨੇ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ। DRI ਜਿਹੜੀ ਹੈ ਡਿਪਾਰਟਮੈਂਟ ਆਫ ਰੈਵਨਿਊ ਇੰਟੈਲੀਜੈਂਸ, ਉਹ ਇੱਕ ਕੇਂਦਰੀ ਏਜੰਸੀ ਆ। ਇਹ ਕੇਂਦਰੀ ਏਜੰਸੀਆਂ ਕਿਉਂ ਚੋਣਾਂ ਦੇ ਆਸ-ਪਾਸ ਅਲਰਟ ਹੁੰਦੀਆਂ ਨੇ ਔਰ ਕਿਉਂ 4.5 ਸਾਲ ਜਾਂ 5 ਸਾਲ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ ਉਹ ਨਕੇਲ ਨਹੀਂ ਕੱਸਦੀਆਂ ਅਫਸਰਾਂ ਦੇ ਉੱਤੇ, ਜਾਂ ਜਿਹੜੇ ਸੂਬੇ ਦੇ ਵਿੱਚ ਰਾਜ ਕਰਨ ਵਾਲੇ ਸਿਆਸੀ ਨੇਤਾ ਨੇ ਜਾਂ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਉੱਪਰ ਨਕੇਲ ਉਸ ਵੇਲੇ ਕਿਉਂ ਨਹੀਂ ਕਸੀ ਜਾਂਦੀ? ਇਹ ਤੁਹਾਡਾ ਬਿਲਕੁਲ ਸਹੀ ਅਹਿਮ ਮੁੱਦਾ ਹੈ ਜੀ, ਬਿਲਕੁਲ ਠੀਕ ਕਹਿ ਰਹੇ ਤੁਸੀਂ। ਮਾਨ ਸਾਹਿਬ, ਇਸ ਤੋਂ ਅਗਲੇ ਮੁੱਦੇ ਵੱਲ ਆਪਾਂ ਵਧਦੇ ਹਾਂ। ਅਗਲਾ ਮੁੱਦਾ ਹੈਗਾ ਕਿ ਆਮ ਆਦਮੀ ਪਾਰਟੀ ਨੇ ਕੱਲ ਭਗਵੰਤ ਮਾਨ ਨੂੰ ਆਪਣਾ ਚਿਹਰਾ ਐਲਾਨਤਾ, ਮੁੱਖ ਮੰਤਰੀ ਦਾ ਚਿਹਰਾ ਐਲਾਨਤਾ। ਤੁਸੀਂ ਕੀ ਸਮਝਦੇ ਵੀ ਉਹਨਾਂ ਨੂੰ ਚਿਹਰਾ ਐਲਾਨਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਹੋਏਗਾ, ਜਦੋਂ ਕਿ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ? ਅਕਾਲੀ ਦਲ ਨੇ ਤੇ ਇਹ ਕਿਹਾ ਵੀ ਉਹ ਡੰਮੀ ਉਮੀਦਵਾਰ ਹੀ ਹੋਣਗੇ, ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਗੱਲ ਇਹ ਹੈ ਕਿ ਜੰਮੂ ਸਾਹਿਬ, ਜਿੱਥੇ ਤਾਈਂ ਅਕਾਲੀ ਦਲ ਦਾ ਸਵਾਲ ਆ, ਅਕਾਲੀ ਦਲ ਨੇ ਤਾਂ ਮੇਰੇ ਖਿਆਲ ਹੈ ਐਲਾਨੀਆਂ ਤੌਰ ਤੇ ਕਦੀ ਕਿਹਾ ਨਹੀਂ ਕਿ ਜੀ ਕੋਈ ਉਹਨਾਂ ਦੇ ਪਾਰਟੀ 'ਚ ਮੁੱਖ ਮੰਤਰੀ ਕੌਣ ਹੋਊਗਾ। ਉਹ ਪਤਾ ਹੀ ਹੈ ਸਾਰਿਆਂ ਨੂੰ, ਬਾਦਲ ਪਰਿਵਾਰ ਤੋਂ ਬਾਹਰ ਮੁੱਖ ਮੰਤਰੀ ਕੌਣ ਬਣ ਸਕਦਾ ਅਕਾਲੀ ਦਲ ਦੇ ਵਿੱਚ। ਜਿਨ੍ਹਾਂ ਕਿਸੇ ਦੇ ਵਿੱਚ ਕੁਵਤ ਸੀਗੀ, ਜਾਂ ਤਾਂ ਉਹ ਰਹੇ ਨਹੀਂ ਆ ਉਹ ਪਾਰਟੀ 'ਚ ਨਹੀਂ ਰਹੇ, ਦੋਨਾਂ 'ਚੋਂ ਇੱਕ ਗੱਲ ਹੋਈ ਆ। ਸੋ ਇਹ ਗੱਲ ਅਕਾਲੀ ਦਲ ਦੇ ਮੂੰਹ 'ਚੋਂ ਮੈਨੂੰ ਤਾਂ ਨਹੀਂ ਲੱਗਦਾ ਕਿ ਬਹੁਤ ਫੱਬਦੀ ਆ। ਦੂਜੇ ਤੌਰ ਤੇ ਇਹ ਹੈ ਕਿ ਵੀ ਦੇਖੋ, ਸਿਆਸੀ ਪਾਰਟੀ ਆ, ਉਹ ਉਹਨਾਂ ਦੇ ਕੋਲ ਇੱਕ ਅਖਤਿਆਰ ਹੈ। ਉਹ ਕਹਿ ਸਕਦੇ ਕਿ ਵੀ ਇਹਨੂੰ ਆਪਾਂ ਚਿਹਰਾ ਬਣਾ ਕੇ, ਇਹਨੂੰ ਅਸੀਂ ਆਪਣਾ ਮੋਢੀ ਬਣਾ ਕੇ ਇਹਦੇ ਨਾਂ ਤੇ ਅਸੀਂ ਜਾਂ ਇਹਦੇ ਮਗਰ ਅਸੀਂ ਚੋਣ ਲੜਨੀ ਹੈ। ਉਹੀ ਇੱਕ ਚੀਜ਼ ਜਿਹੜੀ ਹੈ ਕਾਂਗਰਸ 'ਚ ਵੀ ਨਵਜੋਤ ਸਿੰਘ ਸਿੱਧੂ ਚਾਹੁੰਦੇ ਆ ਕਿ ਵੀ ਉਹਨਾਂ ਨੂੰ ਐਲਾਨੀਆਂ ਤੌਰ ਤੇ ਅੱਗੇ ਖੜਾ ਕੀਤਾ ਜਾਵੇ ਤਾਂ ਕਿ ਲੋਕ ਉਹਨਾਂ ਦੇ ਵੋਟ ਨੂੰ, ਉਹਨਾਂ ਦੇ ਮੂੰਹ ਨੂੰ ਵੋਟ ਪਾਉਣ। ਜੇ ਤੁਹਾਨੂੰ ਧਿਆਨ ਹੋਵੇ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣਾ ਉਮੀਦਵਾਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨਿਆ ਸੀਗਾ। ਉਹਦੇ ਕਾਰਨ, ਉਹਦੀ ਵਜੂਹਾਤ ਬੇਸ਼ੱਕ ਹੋਰ ਸੀਗੀ ਕਿ ਵੀ ਉਸ ਵੇਲੇ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਮੈਦਾਨ 'ਚ ਉਤਰੂੰਗਾ ਚੋਣ ਦੇ ਵਿੱਚ ਜਦੋਂ ਤੁਸੀਂ ਮੈਨੂੰ ਐਲਾਨੋਗੇ। ਤੇ ਉਹੀ ਚੀਜ਼ ਜਿਹੜੀ ਆ ਕਿ ਵੀ ਹਾਂ, ਇਹਨਾਂ ਦਾ ਜਿਹੜਾ ਪ੍ਰੋਸੈਸ ਹੈ, ਤਰੀਕਾ ਆ, ਉਹ ਥੋੜਾ ਜਿਹਾ ਡਿਫਰੈਂਟ ਆ। ਉਹ ਹਾਈ ਕਮਾਂਡ ਕਲਚਰ ਤੋਂ ਹਟ ਕੇ ਆਮ ਆਦਮੀ ਪਾਰਟੀ ਨੇ ਇਹ ਜ਼ਰੂਰ ਕੀਤਾ ਆ ਕਿ ਵੀ ਉਹਨਾਂ ਦੇ 29 ਲੱਖ ਜਿਹੜਾ ਕੱਲ ਅਰਵਿੰਦ ਕੇਜਰੀਵਾਲ ਐਲਾਨ ਕਰ ਰਹੇ ਸੀ ਵੀ ਲੋਕਾਂ ਤੋਂ ਅਸੀਂ ਰਾਇਸ਼ੁਮਾਰੀ ਕੀਤੀ ਆ, ਤੇ ਉਹਦੇ 'ਚ ਉਹਨਾਂ ਨੇ ਭਗਵੰਤ ਮਾਨ ਨੂੰ ਜਿਹੜਾ ਆ ਆਪਣਾ ਚਿਹਰਾ ਚੁਣਿਆ, ਪਰ ਉਹਦੀ ਆਡਿਟ ਹੋਈ ਨਹੀਂ। ਉਹ ਕਿਹੜੇ 29 ਲੱਖ ਲੋਕਾਂ ਨੂੰ ਕਿਵੇਂ ਇਹਨਾਂ ਨੇ ਸੰਪਰਕ ਕੀਤਾ, ਉਹ ਗੱਲਾਂ ਜਿਹੜੀਆਂ ਨੇ ਉਹ ਗੱਲਾਂ ਪੂਰੀਆਂ ਪੈਂਦੀਆਂ ਨਹੀਂ। ਜਮਾ 2+2 ਹੁੰਦਾ ਨਹੀਂ, ਕਿਤੇ ਘੱਟ ਹੀ ਪੈਂਦੀ ਹੈ ਗੱਲ। ਬਟ ਇਹ ਹੈ ਕਿ ਵੀ ਚਲੋ ਉਹਨਾਂ ਨੇ ਆਪਣੇ ਵੱਲੋਂ ਇੱਕ ਗੱਲ ਕਹੀ ਹੈ ਕਿ ਵੀ ਅਸੀਂ ਭਗਵੰਤ ਮਾਨ ਨੂੰ ਆਪਣਾ ਚਿਹਰਾ ਬਣਾਉਂਦੇ ਆ। ਪਰ ਮੈਨੂੰ ਐਂ ਲੱਗਦਾ ਕਿ ਭਗਵੰਤ ਮਾਨ ਮਾਸ ਲੀਡਰ ਨਹੀਂ ਹੈ, ਅੱਜ ਵੀ ਮਾਸ ਲੀਡਰ ਨਹੀਂ ਹੈ ਭਗਵੰਤ ਮਾਨ। ਔਰ ਪਾਰਟੀ ਦੇ ਵਿੱਚ ਜਿਹੜੀ ਪ੍ਰੋਬਲਮ ਆ, ਜਿਹੜੀਆਂ ਉਹਨਾਂ ਦੀਆਂ ਔਕੜਾਂ ਨੇ, ਉਹ ਚਾਹੇ ਤੁਸੀਂ ਸੁੱਚਾ ਸਿੰਘ ਛੋਟੇਪੁਰ ਸਾਹਿਬ ਨੂੰ ਜਦੋਂ ਨੇ ਪਹਿਲੋਂ ਕੱਢਿਆ ਚੋਣਾਂ ਤੋਂ ਪਹਿਲਾਂ, ਉੱਥੋਂ ਲੈ ਕੇ ਹੁਣ ਤੱਕ ਕਿੰਨੇ ਲੀਡਰ ਇਹਨਾਂ ਨੂੰ ਛੱਡ ਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਆ, ਜਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਉਹਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਜਮਾਈਆਂ ਨੇ। ਧਰਮਵੀਰ ਗਾਂਧੀ ਹੋ ਗਏ, ਤੁਹਾਡੇ HS ਫੁਲਕਾ ਹੋ ਗਏ, ਤੁਹਾਡੇ ਸੁੱਚਾ ਸਿੰਘ ਛੋਟੇਪੁਰ ਹੋ ਗਏ, ਜਾਂ ਹੋਰ ਜਿਹੜੇ ਕਈ ਆਗੂ ਇਹਨਾਂ ਦੇ ਛੱਡ ਕੇ ਵਿੱਚੋਂ। ਪਰ ਇਹ ਜਿਹੜੀਆਂ ਇੰਟਰਨਲ ਜਿਹੜੀ ਇਹਨਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੁਇਲ ਕਰਨ ਦੀ ਕੋਸ਼ਿਸ਼ ਹੈ, ਜਾਂ ਹੋਰ ਕੋਈ ਜਿਹੜੇ ਇਸ਼ੂਕ ਸੀਗੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੌਰ ਤੇ ਆਪਦੇ ਆਪ ਨੂੰ ਅੱਗੇ ਲਿਆਉਣ ਲਈ ਆਮ ਆਦਮੀ ਪਾਰਟੀ 'ਚ, ਮੇਰੇ ਖਿਆਲ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਠੱਪਣ ਵਾਲੀ ਗੱਲ ਆ ਕਿ ਵੀ ਉਹਨਾਂ ਦੀ ਆਵਾਜ਼ ਵੀ ਨਾ ਨਿਕਲੇ ਬਹੁਤੀ। ਇਹ ਮੈਂ ਸਮਝਦਾ ਜੀ, ਮੈਨੂੰ ਲੱਗਦਾ ਨਹੀਂ ਕਿ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਹੋਣਾ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਬਗੈਰ ਚਿਹਰੇ ਤੋਂ ਲੜਦੀ, ਔਰ ਅਗਰ ਉਹ ਆਪਣੇ ਮੁੱਦਿਆਂ ਦੇ ਉੱਤੇ ਫੋਕਸ ਕਰਦੀ। ਪੰਜਾਬ ਦੀ ਬਦਕਿਸਮਤੀ ਇਹ ਹੈ ਜੀ, ਮੈਂ ਦੇਖ ਰਿਹਾ ਜਿਸ ਤਰੀਕੇ ਨਾਲ ਚੋਣ ਉੱਠ ਰਿਹਾ ਹੁਣ,
ਚੋਣ ਦੀ ਡੇਟ ਵੀ ਸਮਕਾ ਅੱਗੇ ਹੋ ਗਈ ਆ। ਹਾਂਜੀ ਪਰ ਹਾਂਜੀ ਜਿਹੜੇ ਤਰੀਕੇ ਨਾਲ 20 ਤਰੀਕ ਹੋ ਗਈ ਹੈ ਜੀ, ਹੁਣ ਜਿਹੜੇ ਤਰੀਕੇ ਨਾਲ ਪਾਰਟੀਆਂ ਆਪਣਾ ਕੈਂਪੇਨ ਰਨ ਕਰ ਰਹੀਆਂ ਨੇ, ਉਹਦੇ ਚ ਕਿਤੇ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ। ਉਹ ਇੰਡੀਵਿਜੂਅਲ ਫੇਸ, ਕਦੀ ਅਸੀਂ ਚੰਨੀ ਡਿਸਕਸ ਕਰ ਲੈਂਦੇ, ਕਦੀ ਅਸੀਂ ਨਵਜੋਤ ਡਿਸਕਸ ਕਰ ਲੈਂਦੇ, ਕਦੀ ਅਸੀਂ ਭਗਵੰਤ ਡਿਸਕਸ ਕਰ ਲੈਂਦੇ, ਕਦੀ ਕੈਪਟਨ ਸਾਹਿਬ ਨੂੰ ਡਿਸਕਸ ਕਰ ਲੈਂਦੇ ਆ, ਕਦੀ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਡਿਸਕਸ ਕਰ ਲੈਂਦੇ ਆ। ਮੁੱਦਿਆਂ ਨੂੰ ਅਸੀਂ ਡਿਸਕਸ ਨਹੀਂ ਕਰਦੇ। ਮੁੱਦਿਆਂ ਨੂੰ ਕਿਤੇ ਐਂ ਲੱਗਦਾ ਬ੍ਰਸ਼ਿੰਗ ਅੰਡਰ ਦ ਕਾਰਪਟ, ਜਿਹਨੂੰ ਝਾੜ ਕੇ ਪਾਸੇ ਕਰਨ ਵਾਲੀ ਗੱਲ ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ, ਜਿਹੜੀ ਇੱਕ ਬਹੁਤ ਜਿਹਨੂੰ ਕਹਿੰਦੇ ਆ, ਜਿਵੇਂ ਮਜੀਠੀਏ ਦੀ ਗੱਲ ਚੱਲ ਪਈ ਜੀ, ਮਜੀਠੀਏ ਦੀ ਜ਼ਮਾਨਤ ਹੋ ਗਈ। ਤੇ ਬੰਦਿਆਂ ਤੋਂ ਹਟ ਕੇ ਨਾ ਮੁੱਦਿਆਂ ਤੇ ਆਉਣਾ ਚਾਹੀਦਾ, ਤਾਂ ਇਹ ਚੋਣ ਜਿਹੜਾ ਮੈਂ ਸਮਝਦਾ ਕਿ ਜਮਹੂਰੀ ਤੌਰ ਤੇ ਕਾਮਯਾਬ ਮੰਨਾਂਗੇ ਇਹਨੂੰ ਜੀ। ਪਰ ਭਗਵੰਤ ਮਾਨ ਤਾਂ ਮੁੱਦਿਆਂ ਦੀ ਗੱਲ ਕਰਦੇ ਆ ਥੋੜੀ ਵੀ, ਜੇ ਮੈਨੂੰ ਮੌਕਾ ਮਿਲਿਆ ਮੈਂ ਆਹ ਮੁੱਦੇ ਐਵੇਂ ਹੱਲ ਕਰੂੰਗਾ, ਵੀ ਮੈਂ ਮੁੱਦਿਆਂ ਦੀ ਸਿਆਸਤ ਕਰੂੰਗਾ, ਮੈਂ ਦੂਜੀ ਸਿਆਸਤ ਨੂੰ ਨਹੀਂ ਕਰੂੰਗਾ। ਇਹਦੇ ਬਾਰੇ ਤੁਹਾਡਾ ਕਹਿਣਾ? ਨਹੀਂ ਦੇਖੋ, ਗੱਲ ਇਹ ਹੈ ਕਿ ਮੇਰਾ ਕਹਿਣਾ ਇਹ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਦੋ ਤਿੰਨ ਚੀਜ਼ਾਂ ਜਿਹੜੀਆਂ ਨਾ ਵਾਜ਼ੇ ਤੌਰ ਤੇ, ਦੇਖੋ ਜਿਹੜੀ ਕੋਈ ਰਾਜਨੀਤਿਕ ਦਲ ਦੇ ਨਾਲ ਬੰਦਾ ਜੁੜਿਆ ਹੁੰਦਾ, ਪਾਰਟੀ ਨਾਲ ਜੁੜਿਆ ਹੁੰਦਾ, ਪਾਰਟੀ ਮਤਲਬ ਵਾਟ ਇਜ਼ ਪੋਲਿਟਿਕਸ? ਪੋਲਿਟਿਕਸ ਇਹ ਹੁੰਦਾ ਕਿ ਜੀ ਤੁਸੀਂ ਜਿਹੜੇ ਤੁਹਾਡੇ ਸੋਸ਼ਲ, ਇਕਨੋਮਿਕ, ਫਾਈਨੈਂਸ਼ੀਅਲ, ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜੇ ਹੈਗੇ ਆ, ਤੁਸੀਂ ਆਪਣੀ ਵਿਚਾਰਧਾਰਾ ਦੇ ਅਨੁਰੂਪ ਲੈ ਕੇ ਆਉਂਦੇ ਆ, ਤੁਸੀਂ ਬਦਲਾਅ ਲੈ ਕੇ ਆਉਂਦੇ ਆ। ਕਿੰਨੀ ਕੁ ਕਾਮਯਾਬ ਹੋਈ ਆ ਅਕਾਲੀ ਦਲ ਪਾਰਟੀ ਪੰਜਾਬ ਦੇ ਵਿੱਚ, ਕਿੰਨੀ ਕੁ ਕਾਮਯਾਬ ਹੋਈ ਹੈ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ, ਕਿੰਨੀ ਕੁ ਕਾਮਯਾਬ ਹੋਈ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸਿਆਸਤ ਚਲਾਈ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਡਿਲੀਵਰੀ ਕੀਤੀ ਆ। ਪਬਲਿਸਿਟੀ ਇੱਕ ਚੀਜ਼ ਹੈ, ਡਿਲੀਵਰੀ ਦੂਜੀ ਚੀਜ਼ ਹੈ। ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਇਹਨਾਂ ਦੇ ਕੋਲ ਰੋਡ ਮੈਪ ਕੀ ਹੈ। ਦੇਖੋ ਐਲਾਨੀਆਂ ਤੌਰ ਤੇ ਮੁਸੀਬਤਾਂ, ਪ੍ਰੋਬਲਮਸ ਕੀ ਆ, ਉਹ ਸਾਰਿਆਂ ਨੂੰ ਪਤਾ, ਮੈਨੂੰ ਵੀ ਪਤਾ, ਬਲਵਿੰਦਰ ਜੀ ਤੁਹਾਨੂੰ ਵੀ ਪਤਾ। ਮੈਂ ਕਹਿ ਦਿੰਦਾ ਕਿ ਜੀ ਮੈਂ ਰੇਤ ਮਾਫੀਏ ਨੂੰ, ਜਿਵੇਂ ਪਿਛਲੀ ਵਾਰੀ ਕਿਹਾ ਕੈਪਟਨ ਸਾਹਿਬ ਨੇ ਕਿ ਜੀ ਮੈਂ ਪੰਜਾਬ ਦੇ ਵਿੱਚੋਂ ਜਿਹੜਾ ਡਰੱਗ ਦੀ ਪ੍ਰੋਬਲਮ ਹੈ ਮੈਂ 2 ਮਹੀਨਿਆਂ 'ਚ ਖਤਮ ਕਰ ਦੂੰਗਾ, 4 ਹਫ਼ਤਿਆਂ 'ਚ ਮੁਕਾ ਦੂੰਗਾ। ਇਹ ਜਿਹੜੇ ਪੁਰਾਣੇ ਐਲਾਨ ਕੀਤੇ ਹੁੰਦੇ ਸਿਆਸੀ ਲੀਡਰਾਂ ਦੇ, ਔਰ ਜਿਹੜੀ ਉਹਨਾਂ ਦੀ ਡਿਲੀਵਰੀ ਹੁੰਦੀ ਹੈ, ਉਹਦੇ ਵਿੱਚ ਇੱਕ ਗੈਪ ਹੁੰਦਾ। ਉਹ ਗੈਪ ਜਿੰਨਾ ਵਾਈਡ ਹੁੰਦਾ, ਉਨਾ ਹੀ ਜ਼ਿਆਦਾ ਲੋਕਾਂ ਦਾ ਮਿਸਟਰਸਟ ਹੁੰਦਾ। ਤੇ ਜਿਹੜੇ ਤੁਹਾਡੇ ਵਾਅਦੇ ਹੁੰਦੇ, ਉਹਨਾਂ ਦੀ ਜਿੰਨੀ ਤੁਸੀਂ ਪੂਰਤੀ ਕਰਦੇ ਹੋ, ਤੁਸੀਂ ਆਪਣੇ ਵਾਅਦੇ ਕਿਤੇ ਪੂਰੇ ਕਰਦੇ ਹੋ, ਉਹਨਾਂ ਟਰਸਟ ਤੁਹਾਡੇ ਤੇ ਐਸਟੈਬਲਿਸ਼ ਹੁੰਦਾ। ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਵੀ ਉਹਨਾਂ ਦਾ ਕਹਿਣਾ ਇੱਕ ਪੱਖ ਤਾਂ ਇਹ ਹੈਗਾ ਜੀ ਕਿ ਮੈਨੂੰ ਇਹ ਮੁਸੀਬਤਾਂ, ਇਹ ਪ੍ਰੋਬਲਮ ਆ ਪੰਜਾਬ ਦੇ ਵਿੱਚ ਹੈਗੇ, ਮੁੱਦਿਆਂ ਦੀ ਗੱਲ ਕਰਦਾ ਆ। ਉਹ ਰੈਜ਼ੋਲੂਸ਼ਨ ਦਿੱਲੀ 'ਚ ਕਿੰਨਾ ਕੁ ਦੇ ਪਾਏ ਜਿੱਥੇ ਉਹਨਾਂ ਦੀ ਸਰਕਾਰ ਆ, ਉਹ ਕਿੰਨਾ ਕੁ ਰੈਜ਼ੋਲੂਸ਼ਨ ਇੱਥੇ ਦੇ ਸਕਦੇ, ਉਹਨਾਂ ਕੋਲ ਇਹ ਜਿਹਾ ਕਿਹੜਾ ਰੋਡ ਮੈਪ ਹੈ। ਦੇਖੋ ਇੱਥੇ ਨਾ ਮੈਨੀਫੈਸਟੋ ਦੀ ਗੱਲ ਨਾ ਕਰਕੇ ਨਾ, ਮੈਂ ਸਮਝਦਾ ਕਿ ਵੀ ਇੱਕ ਸਿਆਸੀ ਪਾਰਟੀਆਂ ਨੂੰ ਹੁਣ ਗਵਰਨੈਂਸ ਪਲਾਨ ਵਿਖਾਉਣਾ ਚਾਹੀਦਾ ਲੋਕਾਂ ਨੂੰ, ਜਿਹੜਾ ਕਿ ਜਿਵੇਂ ਅਸੀਂ ਬੈਂਕ ਦੇ ਕੋਲ ਜਾਂਦੇ, ਅਸੀਂ ਕਹਿੰਦੇ ਕਿ ਜੀ ਸਾਨੂੰ 30 ਲੱਖ ਰੁਪਏ ਦਾ ਲੋਨ ਦੇ ਦਿਓ, ਬੈਂਕ ਕਹਿੰਦਾ ਜੀ ਤੁਹਾਡੀ ਪ੍ਰੋਜੈਕਟ ਰਿਪੋਰਟ ਕੀ ਆ, ਬਿਲਕੁਲ ਤੁਸੀਂ ਮੰਗਦੇ ਤਾਂ 30 ਲੱਖ ਰੁਪਏ, ਪ੍ਰੋਜੈਕਟ ਰਿਪੋਰਟ ਕੀ ਆ, ਤੁਹਾਡਾ ਜਿਹੜਾ ਰੇਟ ਆਫ ਰਿਟਰਨ ਕਿਵੇਂ ਆਊਗਾ, ਤੁਹਾਡੇ ਕੋਲ ਪੈਸੇ ਕਿੱਥੋਂ ਆਉਣੇ ਆ, ਉਹ ਸਾਰੀਆਂ ਚੀਜ਼ਾਂ ਨੂੰ ਪੜਤਾਲ ਕੇ ਫਿਰ ਉਹ ਤੁਹਾਨੂੰ ਲੋਨ ਦਿੰਦੇ 30 ਲੱਖ ਰੁਪਏ ਦਾ। ਇੱਥੇ 3 ਲੱਖ ਕਰੋੜ ਰੁਪਏ ਦੀ ਡੈਟ ਦੇ ਵਿੱਚ ਪੰਜਾਬ ਹੈ। ਉਹਦਾ ਕੀ ਰੋਡ ਮੈਪ ਹੈ, ਉਹਦਾ ਕੀ ਗਵਰਨੈਂਸ ਪਲਾਨ ਹੈ ਕਿਸੇ ਪਾਰਟੀ ਕੋਲ ਕਿ ਪੰਜਾਬ ਨੂੰ ਕਿਵੇਂ ਉਸ ਡੈਟ ਟ੍ਰੈਪ ਤੋਂ ਕੱਢਣਗੇ। ਸੋ ਇਹ ਚੀਜ਼ਾਂ, ਪ੍ਰੋਮਿਸਿਸ ਜਿਹੜੇ ਆ ਨਾ, ਮੈਂ ਕਹਿੰਦਾ ਵਾਅਦੇ, ਜਿਵੇਂ ਕਹਿੰਦੇ ਇਹ ਪੰਜਾਬੀ ਚ ਕੋਈ, ਉਹ ਵਾਅਦੇ ਝੁਠਲਾਏ ਜਾਂਦੇ ਆ, ਵਾਅਦੇ ਝੂਠੇ ਹੁੰਦੇ ਆ। ਸਿਆਸੀ ਪਾਰਟੀ ਕਿਹੜੀ ਹੈਗੀ ਇਹ ਜੀ, ਮੈਨੂੰ ਦੱਸ ਦਿਓ ਜਿਹਨੇ ਆਪਣੇ ਕੀਤੇ ਵਾਅਦੇ 100% ਪੂਰੇ ਕੀਤੇ ਹੋਣ। ਇੱਕ ਜਿਹੜਾ ਮਾਡਲ ਹੈ ਉਹ ਆਪਣੇ ਨਵਜੋਤ ਸਿੰਘ ਸਿੱਧੂ ਪੇਸ਼ ਕਰਦੇ, ਪੰਜਾਬ ਮਾਡਲ, ਉਹ ਮਾਡਲ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਗੱਲ ਇਹ ਹੈ ਬਲਵਿੰਦਰ ਜੀ, ਮੈਂ ਥੋੜਾ ਜਿਹਾ ਕ੍ਰਿਟੀਕਲ ਹੈ ਸਿੱਧੂ ਨੂੰ ਲੈ ਕੇ। ਕੋਈ ਗੱਲ ਨਹੀਂ। ਗੱਲ ਇਹ ਹੈ ਕਿ ਸਿੱਧੂ ਮੈਂ ਉਹਨੂੰ ਪੁੱਛਣ ਵਾਲਾ ਕੋਈ ਹੋਵੇ ਯਾਰ। ਗੱਲ ਸੁਣੋ, ਤੁਸੀਂ 4-4 5-5 ਵਾਰੀ MP ਰਹਿ ਲਏ। ਨਵਜੋਤ ਕੌਰ ਸਿੱਧੂ ਜਿਹੜੀ ਉਹਨਾਂ ਦੀ ਵਾਈਫ ਆ, ਉਹ ਰਹਿ ਲਈ, MLA ਰਹਿ ਲਈ ਜੀ, ਉਹ ਚੀਫ ਪਾਰਲੀਮੈਂਟ ਸੈਕਟਰੀ, ਜਾਨੀ ਕਿ ਜਿਹਨੂੰ ਕਹਿੰਦੇ ਕਿ ਮੰਤਰੀ ਦਾ ਅਹੁਦਾ ਰਹਿ ਲਿਆ ਉਹਨਾਂ ਕੋਲ। ਇਹ ਮੰਤਰੀ ਆਪ ਰਹਿ ਲਏ। ਹੁਣੇ ਪੰਜਾਬ 'ਚ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਦੋਨੇ ਨਵਜੋਤਾਂ ਦੇ ਵਿੱਚ ਰਲਾ ਕੇ ਇਹਨਾਂ ਕੋਲ 8-9 ਮੌਕੇ ਸੀਗੇ ਸਾਬਤ ਕਰਨ ਦੇ ਕਿ ਤੁਸੀਂ ਕੁਝ ਕਰ ਸਕਦੇ ਹੋ। ਵਰ ਦੇ ਏਬਲ ਟੂ ਪ੍ਰੂਵ ਦੈਮਸੈਲਵਸ? ਕੀ ਉਹ ਆਪਦੇ ਆਪ ਨੂੰ ਸਾਬਤ ਕਰ ਪਾਏ ਕਿ ਜੀ ਅਸੀਂ ਵਾਕਈ ਡਿਲੀਵਰ ਕਰ ਸਕਦੇ ਆ? ਇੱਕ ਹਸਰਤ ਹੋਣੀ ਨਾ ਕਿਸੇ ਦੀ ਕਿ ਜੀ, ਖੁਆਇਸ਼ ਹੋਣੀ ਇੱਕ ਚੀਜ਼ ਹੁੰਦੀ ਆ, ਪਰ ਕਿਆ ਤੁਸੀਂ ਵਾਕਈ ਕੈਪੇਬਲ ਹੋ? 2 ਚੀਜ਼ਾਂ ਹੁੰਦੀਆਂ ਜੀ। ਇੱਕ ਹੁੰਦੀ ਹੈ ਕਿ ਜੀ ਤੁਹਾਡੀ ਕੂਵਤ ਹੈ ਕਿ ਨਹੀਂ, ਇੱਕ ਤੁਹਾਡੀ ਮਨਸ਼ਾ ਹੈ ਕਿ ਨਹੀਂ। ਇੱਥੇ ਮੈਨੂੰ ਲੱਗਦਾ ਕਿ ਨਾ ਤਾਂ ਇਹਨਾਂ ਦੀ ਮਨਸ਼ਾ, ਨਾ ਇਹਨਾਂ ਦੀ ਕੂਵਤ ਹੈ। ਇੱਕ ਮਿੰਟ, ਨਾ ਤੁਸੀਂ ਕੈਪੇਬਲ ਹੋ। ਮਾਨ ਸਾਹਿਬ ਉਹ ਕਹਿੰਦੇ ਵੀ ਮੈਂ ਜਦੋਂ ਸਰਕਾਰ ਦੇ ਵਿੱਚ ਮੰਤਰੀ ਸੀਗਾ, ਮੈਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕਰਨ ਦਿੱਤਾ, ਇਸ ਕਰਕੇ ਕੋਈ ਮੈਂ ਲਾਗੂ ਨਹੀਂ, ਡਿਲੀਵਰ ਨਹੀਂ ਕਰ ਸਕਿਆ ਉਸ ਲੈਵਲ ਤੇ। ਹੁਣ ਗੱਲ ਇਹ ਹੈ ਜੀ, ਬਹਾਨੇ ਦਾ ਜਿਹੜਾ ਫੇਲੀਅਰ ਹੁੰਦਾ ਉਹਦੇ ਕੋਲ ਬਹਾਨੇ ਹੀ ਹੁੰਦੇ ਆ। ਜਿਹੜਾ ਸਕਸੈਸਫੁਲ ਬੰਦਾ ਹੁੰਦਾ ਉਹਦੇ ਕੋਲ ਉਹਦੇ ਮੈਡਲ ਹੁੰਦੇ ਵਿਖਾਉਣ ਨੂੰ ਕਿ ਆਹ ਦੇਖੋ, ਆਹ ਮੈਂ ਹਾਸਿਲ ਕੀਤਾ।
ਆ ਦੇਖੋ ਮੈਂ ਕਰਕੇ ਵਿਖਾਇਆ, ਮੈਂ ਕਿਹਾ ਸੀ। ਜਿਹੜਾ ਲੂਜ਼ਰ ਹੁੰਦਾ, ਲੂਜ਼ਰ ਬੰਦਾ ਕਹਿੰਦਾ ਜੀ ਮੈਨੂੰ ਇਹ ਆਹ ਰੀਜ਼ਨ ਰਿਹਾ, ਉਹ ਰੀਜ਼ਨ ਰਿਹਾ। ਨਵਜੋਤ ਨੂੰ ਕੋਈ ਪੁੱਛਣ ਵਾਲਾ ਹੋਵੇ, ਕਵੀ ਸਿੱਧੂ ਜਦੋਂ ਤੂੰ ਮੰਤਰੀ ਸੀਗਾ ਅਰਬਨ ਲੋਕਲ ਬਾਡੀ ਦਾ, ਹਾਂਜੀ, ਉਦੋਂ ਕਿਹੜੀ ਇਹ ਜੀ ਫਾਈਲ ਹੈ ਜਿਹੜੀ ਤੂੰ ਸਾਈਨ ਕੀਤੀ, ਜਿਹੜੀ ਤੂੰ ਅਪਰੂਵ ਕੀਤੀ, ਪਾਲਿਸੀ ਡਾਕੂਮੈਂਟ ਜਿਹੜਾ ਤੂੰ ਕੋਈ ਡਰਾਫਟ ਕੀਤਾ ਹੋਵੇ, ਫਰੇਮ ਕੀਤਾ ਹੋਵੇ, ਤੁਸੀਂ ਪੰਜਾਬ ਦੇ ਲਈ ਉਸ ਵੇਲੇ ਕੁਝ ਨਵਾਂ ਕੁਝ ਲੈ ਕੇ ਆਏ ਹੋ, ਜਿਸ ਨਾਲ ਕਿ ਵੀ ਜਿਹੜੀ ਪੰਜਾਬ ਦੀ ਜਨਤਾ ਆਵਾਮ ਹੈ ਉਹਨੂੰ ਕੋਈ ਫਾਇਦਾ ਹੋਇਆ ਹੋਵੇ, ਕੋਈ ਲਾਭ ਹੋਇਆ ਹੋਵੇ, ਉਹਨੂੰ ਕੋਈ ਬੈਨੀਫਿਟ ਹੋਇਆ ਹੋਵੇ, ਉਹ ਵਿਖਾ ਦਿਓ। ਜੇ ਉਹ ਨਹੀਂ ਤੁਸੀਂ ਵਿਖਾ ਸਕਦੇ, ਤੁਸੀਂ ਆਹ ਦੱਸ ਦਿਓ ਕਿ ਤੁਹਾਡੇ ਮੰਤਰੀ, ਤੁਹਾਡੇ ਵਜ਼ੀਰ ਰਹਿੰਦੇ ਆ, ਜਿਹੜੀਆਂ ਬਿਲਡਿੰਗਾਂ ਪਾਸ ਹੋਈਆਂ, ਜਿਸ ਤਰੀਕੇ ਨਾਲ ਕਰਪਸ਼ਨ ਹੋਈ, ਉਸ ਤੋਂ ਬਾਅਦ ਜਿਹੜੀਆਂ ਬਿਲਡਿੰਗਾਂ ਢਹਿ ਗਈਆਂ, ਉਹਨਾਂ ਦੇ ਵਿੱਚ ਮਰਨ ਵਾਲੇ ਲੋਕ ਜਿਹੜੇ ਆ, ਉਹਨਾਂ ਨੂੰ ਤੁਸੀਂ ਕੀ ਹੀਲਿੰਗ ਟੱਚ ਦਿੱਤਾ। ਤੀਜਾ, ਜਦੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਦੁਸਹਿਰੇ ਵਾਲੇ ਦਿਨ ਜਦੋਂ ਟ੍ਰੇਨ ਦੇ ਵਿੱਚ ਥੱਲੇ ਆ ਕੇ ਕਈ ਮੌਤਾਂ ਹੋਈਆਂ, ਕਈ ਲੋਕ ਉੱਥੇ ਹਲਾਕ ਹੋਏ ਆ, ਉਹਨਾਂ ਨੂੰ ਤੁਸੀਂ ਕਿਹਾ ਸੀਗਾ ਕਿ ਜੇ ਅਸੀਂ ਨੌਕਰੀ ਵੀ ਦੇਵਾਂਗੇ, ਅਸੀਂ ਉਹਨਾਂ ਨੂੰ ਪੈਸੇ ਵੀ ਦੇਵਾਂਗੇ, ਤੁਸੀਂ ਕੀ ਦਿੱਤਾ? ਤੁਹਾਡੇ ਕੋਲ ਆਪ ਦਾ ਮਹਿਕਮਾ ਸੀਗਾ, ਆਪਦੇ ਮਹਿਕਮੇ ਦੇ ਵਿੱਚ ਮੈਂ ਇੱਕ ਗੱਲ ਹੋਰ ਦੱਸਦਾ, ਇਹ ਕਹਿਣਾ ਸੌਖਾ ਹੈ ਕਿ ਜੀ ਮੈਨੂੰ ਕਰਨ ਨਹੀਂ ਦਿੱਤਾ, ਪਰ ਸੱਚਾਈ ਇਹ ਵੀ ਆ ਜੰਮੂ ਸਾਹਿਬ, ਇਹਨਾਂ ਕੋਲ ਆਪਣਾ ਬੈਲੋਮੀਨੈਂਟ ਫੰਡ ਹੁੰਦਾ ਹਰ ਇੱਕ ਵਜ਼ੀਰ ਦੇ ਕੋਲ, ਇਹਨਾਂ ਦੇ ਕੋਲ ਡਿਸਕ੍ਰਿਸ਼ਨਰੀ ਪਾਵਰਸ ਹੁੰਦੀਆਂ ਨੇ, ਇਹ ਕਰ ਸਕਦੇ ਕਰਨਾ ਚਾਹਣ ਤਾਂ। ਮੈਂ ਸਮਝਦਾ ਕਿ ਇਹਨਾਂ ਦਾ ਫੋਕਸ ਸ਼ੁਰੂ ਤੋਂ ਮੁੱਖ ਮੰਤਰੀ ਬਣਨ ਤੇ ਰਿਹਾ। ਉਹ ਜਿਵੇਂ ਕਹਿੰਦੇ ਵੀ ਅਰਜੁਨ ਦਾ ਨਿਸ਼ਾਨਾ ਜਿਹੜਾ ਮਛਲੀ ਦੀ ਅੱਖ ਤੇ ਸੀਗਾ, ਉਹ ਮਛਲੀ ਦੀ ਅੱਖ ਤੇ ਨਿਸ਼ਾਨਾ ਤਾਂ ਹੈ ਮੇਰੀ ਵੀਰ, ਤੇਰੇ ਕੋਲ ਤੀਰ ਕਮਾਨ ਕੁਝ ਹੈ ਚਲਾਉਣ ਨੂੰ ਕਿ ਨਹੀਂ, ਕਿ ਗੱਲਾਂ ਹੀ ਗੱਲਾਂ ਨਾਲ ਤੁਸੀਂ ਸਾਰੇ ਕੰਮ ਕਰੀ ਜਾਣੇ ਆ। ਸੋ ਮੈਂ ਨਹੀਂ ਸਮਝਦਾ ਕਿ ਨਵਜੋਤ ਕੋਈ ਇਹੋ ਜਿਹਾ ਕੇਪੇਬਲ ਬੰਦਾ ਆ, ਉਹਨੂੰ ਮੌਕਾ ਮਿਲ ਜੇ, ਜੇਕਰ ਉਹਨੂੰ ਗੋਡ ਫੋਰਬਿਡ ਮਾਰ ਨਾ ਕਰਨ ਕਿ ਕਿਤੇ ਬਣ ਜੇ ਉਹ ਮੁੱਖ ਮੰਤਰੀ, ਉਹ ਫਿਰ ਵੀ ਡਿਲੀਵਰ ਨਹੀਂ ਕਰ ਸਕਦਾ। ਉਹ 8 ਮੌਕਿਆਂ 'ਚ ਡਿਲੀਵਰ ਨਹੀਂ ਕੀਤਾ, ਉਹ ਬੰਦਾ ਡਿਲੀਵਰ ਨਹੀਂ ਕਰ ਸਕਦਾ। ਅੱਛਾ ਮਾਨ ਸਾਹਿਬ, ਇਸ ਤੋਂ ਇਲਾਵਾ ਕਿਉਂਕਿ ਸਾਰੀਆਂ ਪਾਰਟੀਆਂ ਨੇ ਆਪਣੇ ਕੁਝ ਨਾ ਕੁਝ ਉਮੀਦਵਾਰ ਐਲਾਨ ਤੇ ਆ, ਕੇਵਲ ਬੀਜੇਪੀ ਵਾਲੇ ਦਲ ਵੱਲੋਂ ਉਮੀਦਵਾਰ ਨਹੀਂ ਐਲਾਨੇਗੇ, ਤੁਹਾਨੂੰ ਕੀ ਲੱਗਦਾ ਜਿਹੜੀ ਮੋਟੀ ਕੀ ਹਵਾ ਬਣ ਰਹੀ ਆ, ਕਿੱਧਰ ਨੂੰ ਜਾ ਰਿਹਾ ਪੰਜਾਬ? ਪੰਜਾਬ ਜਾ ਰਿਹਾ ਜੀ ਹੰਗ ਅਸੈਂਬਲੀ ਵੱਲ। ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹ 3-ਵੇ ਕੰਟੈਸਟ ਹੈ ਫਿਲਹਾਲ, ਆਮ ਆਦਮੀ ਪਾਰਟੀ, ਮੇਰੇ ਖਿਆਲ 5 ਕੋਨੇ ਮੁਕਾਬਲੇ ਹੋਣਗੇ, 4 ਜਾਂ 5 ਕੋਨੇ ਨਹੀਂ, ਹਲੇ ਲੈਟ ਅਸ ਸੀ ਨਾ ਜੀ, ਹਲੇ ਤਾਂ ਮੈਦਾਨ 'ਚ ਹੀ ਕੋਈ ਨਹੀਂ। ਇਹਦਾ ਕੀ ਕਹੋਗੇ ਤੁਸੀਂ? ਮਤਲਬ ਜਾਂ ਤਾਂ ਕੋਈ ਟਿਕਟ ਦਿੱਤੀ ਹੋਵੇ, ਕੋਈ 10-20 ਟਿਕਟਾਂ 50 ਟਿਕਟਾਂ ਆਈਆਂ ਹੋਣ 117 ਚੋਂ, ਤਾਂ ਫਿਰ ਆਪਾਂ ਕਹੀਏ ਕਿ ਵੀ ਇਹ 5 ਕਾਰਨਰਡ ਹੈਗਾ ਜਾਂ 4 ਕਾਰਨਰਡ ਹੈਗਾ। ਇਹ ਫਿਲਹਾਲ ਤਾਂ ਜਿਨ੍ਹਾਂ ਨੇ ਆਪਣੇ ਉਮੀਦਵਾਰ ਐਲਾਨੇ ਨੇ, ਆਪਾਂ ਉਹਨਾਂ ਨੂੰ ਹੀ ਮੱਦੇਨਜ਼ਰ ਰੱਖ ਕੇ ਗੱਲ ਕਰ ਸਕਦੇ ਆ। ਹਾਂਜੀ, ਇਹਦੇ 'ਚ ਸਮਕਾ ਜਿਹੜੀ ਸੰਯੁਕਤ ਸਮਾਜ ਮੋਰਚਾ, ਜਿਹੜੇ ਕਿਸਾਨਾਂ ਜਥੇਬੰਦੀਆਂ ਦੀ ਬਣਾਈ ਪਾਰਟੀ ਆ, ਉਹਨਾਂ ਨੇ ਵੀ ਆਪਣੇ ਜਿਹੜੇ ਉਮੀਦਵਾਰ ਐਲਾਨੇ ਆ। ਪਰ ਜਿਹੜੀ ਰਵਾਇਤੀ ਪਾਰਟੀਆਂ 'ਚੋਂ ਬੀਜੇਪੀ ਮੇਰੇ ਖਿਆਲ ਪਹਿਲੀ ਵਾਰੀ ਹੁਣ ਪੰਜਾਬ ਦੇ ਵਿੱਚ ਬਗੈਰ ਅਕਾਲੀ ਦਲ ਤੋਂ ਚੋਣ ਲੜਨ ਜਾ ਰਹੀ। 2017 ਤੋਂ ਬਾਅਦ ਇਹਨਾਂ ਦਾ ਆ ਪਿੱਛੇ 2020 ਦੇ ਵਿੱਚ ਗਠਬੰਧਨ 1996 ਤੋਂ ਬਾਅਦ ਬੀਜੇਪੀ ਇਕੱਲੀ ਜਾ ਰਹੀ ਹੈ। ਹਾਂਜੀ, 1996 ਤੋਂ ਬਾਅਦ ਲਾ ਲਓ, ਕਿਉਂਕਿ ਅਕਾਲੀ ਦਲ ਨੂੰ ਤਾਂ ਸਮਰਥਨ ਚਾਹੀਦਾ ਹੀ ਹੁੰਦਾ। 96 ਤੋਂ ਪਹਿਲਾਂ ਅਕਾਲੀ ਦਲ ਬੀਐਸਪੀ ਨਾਲ ਸੀਗੀ, ਫਿਰ ਉਹਨਾਂ ਨੇ ਦੇਖਿਆ ਕਿ ਬੀਜੇਪੀ ਨਾਲ ਜਾਣ 'ਚ ਫਾਇਦਾ, ਬੀਜੇਪੀ ਨਾਲ ਰਲ ਗਏ। ਹੁਣ ਉਹਨਾਂ ਨੂੰ ਲੱਗਦਾ ਕਿ ਵੀ ਆਮ ਆਦਮੀ ਪਾਰਟੀ ਜਦੋਂ ਪਿਕਚਰਸ ਆ ਗਈ ਆ ਤੇ ਬੀਐਸਪੀ ਨਾਲ ਜਾਣ 'ਚ ਫਾਇਦਾ, ਉਹ ਮੁੜ ਕੇ ਜਿਹੜੀ ਉਹਨਾਂ ਦੀ ਪੁਰਾਣੀ ਪਾਰਟਨਰ ਨਾਲ ਰਲ ਗਏ ਆ। ਪਰ ਇਹ ਹੈ ਕਿ ਵੀ ਇਹਨਾਂ ਦੇ ਇੱਕ ਵਾਰੀ ਕੈਂਡੀਡੇਟ ਆ ਲੈਣ ਦਿਓ, ਫਿਰ ਆਪਾਂ ਡਿਸਕਸ ਕਰਾਂਗੇ ਵੀ ਕਿੰਨਾ ਕੁ ਦਮ ਕੈਂਡੀਡੇਟਸ ਦੇ ਵਿੱਚ ਆ। ਪਰ ਇੱਕ ਗੱਠਜੋੜ ਤਾਂ ਹੈਗਾ, ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਤਾਂ ਹੈਗਾ, ਉਹ ਤੋਂ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ? ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਾਫੀ ਸਾਰੇ ਉਮੀਦਵਾਰ ਐਲਾਨ ਦਿੱਤੇ ਆ, ਕਾਂਗਰਸ ਸਿਆਸੀ ਐਲਾਨ ਕਰ ਚੁੱਕੀ ਹੈ। ਗੱਲ ਇਹ ਹੈ ਜੀ ਕਿ ਜਿੱਥੇ ਤਾਈਂ ਆਮ ਆਦਮੀ ਪਾਰਟੀ ਦਾ ਸਵਾਲ ਆ, ਆਮ ਆਦਮੀ ਪਾਰਟੀ ਕਾਫੀ ਪਹਿਲਾਂ ਤੋਂ ਆਪਣੇ ਉਮੀਦਵਾਰ ਐਲਾਨ ਚੁੱਕੀ ਸੀਗੀ। ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਮੇਂ ਤੋਂ ਪਹਿਲਾਂ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰਤੇ ਸੀਗੇ, ਤਾਂ ਕਿ ਉਹ ਆਪਣੇ ਗਰਾਊਂਡ 'ਚ ਜਾ ਕੇ ਮਿਹਨਤ ਕਰ ਸਕਦੇ, ਕੰਮ ਕਰ ਸਕਦੇ ਆ। ਇਹ ਸਟ੍ਰੈਟਜੀ ਦੋ ਤਰੀਕੇ ਨਾਲ ਚੱਲਦੀ ਹੈ ਜੀ। ਦੋ ਤਰੀਕੇ ਨਾਲ ਐ ਹੈ ਜੀ ਕਿ ਤੁਸੀਂ ਆਪਣੇ ਅਗਰ ਤੁਸੀਂ ਉਮੀਦਵਾਰ ਦਾ ਐਲਾਨ ਕਰ ਦਿੰਦੇ ਆ ਤੇ ਉਸ ਵੇਲੇ ਬੰਦਾ ਥੱਲੇ ਜ਼ਮੀਨੀ ਪੱਧਰ ਤੇ ਜਾ ਕੇ ਕੰਮ ਕਰ ਸਕਦਾ, ਲੋਕਾਂ ਨਾਲ ਕਨੈਕਟ ਕਰ ਸਕਦਾ, ਲੋਕਾਂ ਨੂੰ ਪਤਾ ਹੁੰਦਾ ਕਿ ਸਾਡਾ ਉਮੀਦਵਾਰ ਇਹ ਆ, ਇੱਕ ਕਨੈਕਟ ਬਣ ਸਕਦਾ ਆ। ਪਹਿਲੀ ਚੀਜ਼ ਹੈ। ਦੂਜੀ ਚੀਜ਼ ਹੈ, ਇਹਨੂੰ ਦੂਜੇ ਅਗਰ ਨਜ਼ਰੀਏ ਨਾਲ ਦੇਖੀਏ ਤਾਂ ਜਿਹੜੇ ਸਿਟਿੰਗ ਐਮਐਲਏ ਹੁੰਦੇ ਆ, ਉਹ ਜਦੋਂ ਰਿਪੀਟ ਹੁੰਦੇ ਆ, ਉਹ ਵੀ ਐਲਾਨੀਏ ਹੁੰਦੇ ਆ ਕਿ ਵੀ ਇਹ ਰਿਪੀਟ ਹੋ ਰਹੇ ਆ। ਉਹਨਾਂ ਦੀ 5 ਸਾਲ ਦੀ ਵਰਕਿੰਗ, ਉਹਨਾਂ ਦੀ ਪ੍ਰੋ ਇਨਕੰਬੈਂਸੀ, ਐਂਟੀ ਇਨਕੰਬੈਂਸੀ, ਉਹ ਚਾਹੇ ਉਹ ਰੂਲਿੰਗ ਪਾਰਟੀ ਤੋਂ ਹੋਣ, ਚਾਹੇ ਉਹ ਵਿਪਕਸ਼ੀ ਦਲ ਤੋਂ ਹੋਣ, ਦੋਨੇ ਚੀਜ਼ਾਂ ਇਹਦੇ 'ਚ ਮੈਟਰ ਕਰਦੀਆਂ। ਬਟ ਮੇਰਾ ਇਹ ਖਿਆਲ ਹੈ ਕਿ ਜਿਹੜੀ ਖਿਲਾਫਤ ਹੈ ਉਹ ਲਾਸਟ ਮੂਮੈਂਟ ਤੇ ਜਾ ਕੇ ਪਤਾ ਲੱਗਦੀ ਆ, ਕਿਉਂਕਿ ਸਿਆਸੀ ਜਿਹੜੀ ਸੋਚ ਦੇ ਬੰਦੇ ਹੁੰਦੇ ਆ, ਉਹ ਕਦੀ ਐਲਾਨੀਆ ਤੌਰ ਤੇ ਤੁਹਾਡੇ ਖਿਲਾਫ ਨਹੀਂ ਜਾਂਦੇ ਜਦ ਤੱਕ ਹੀ ਉਹਨਾਂ ਦਾ ਕੋਈ ਅਗਲਾ ਰੋਡ ਮੈਪ ਕਲੀਅਰ ਨਾ ਹੋਵੇ ਕਿ ਜੀ ਮੈਨੂੰ ਇੱਥੋਂ ਟਿਕਟ ਲੈ ਕੇ ਦੂਜੀ ਸਿਆਸੀ ਪਾਰਟੀ ਤੋਂ ਮੈਂ ਲੜਨਾ ਆ,
ਉਦੋਂ ਤੱਕ ਉਹ ਖਿਲਾਫਤ ਨਹੀਂ ਕਰਦੇ। ਲਾਸਟ ਦੇ 1 ਜਾਂ 2 ਦਿਨ 'ਚ ਪਤਾ ਲੱਗਦਾ ਕਿ ਵੀ ਤੁਹਾਡੇ ਨਾਲ ਵਾਕਈ ਕੌਣ ਸੀਗਾ, ਤੁਹਾਡੇ ਖਿਲਾਫ ਕੌਣ ਹੈ। ਇਹ ਚੋਣਾਂ 'ਚ ਕਈ, ਤੁਹਾਡਾ ਵੀ ਤਜਰਬਾ ਜੰਮੂ ਸਾਹਿਬ, ਅਸੀਂ ਵੀ ਬਹੁਤ ਕੁਝ ਦੇਖਿਆ। ਲਾਸਟ ਡੇ ਤੇ ਨਾ ਜੀ, ਜਦੋਂ ਚੋਣਾਂ, ਜਦੋਂ ਪੋਲਿੰਗ ਤੋਂ, ਜਦੋਂ 1 ਦਿਨ ਪਹਿਲਾਂ ਜਦੋਂ ਕੈਨਵਸਿੰਗ ਬੰਦ ਹੋ ਜਾਂਦੀ ਹੈ, ਕੈਂਪੇਨਿੰਗ ਬੰਦ ਹੋ ਜਾਂਦੀ ਹੈ, ਉਹ ਇੱਕ ਰਾਤ ਦੇ ਵਿੱਚ ਜਿਹੜਾ ਖੇਲ ਹੈ ਨਾ ਉਹ ਖੇਡਿਆ ਜਾਂਦਾ। ਇਹ ਮੈਂ ਅਕਸਰ ਦੇਖਿਆ, ਜਿਹੜਾ ਬੰਦਾ ਤੁਹਾਡੀ ਗੱਡੀ 'ਚ ਤੁਹਾਡੇ ਨਾਲ ਬਹਿ ਕੇ ਤੁਰ ਰਿਹਾ ਹੁੰਦਾ, ਉਹ ਤੁਹਾਡੇ ਖਿਲਾਫ ਵੋਟ ਪਾ ਰਿਹਾ ਹੁੰਦਾ। ਇਹ ਬਹੁਤ ਕੁਝ ਹੁੰਦਾ। ਸੋ ਇਹਦੇ 'ਚ ਕੋਈ ਏਡੀ ਗੱਲ ਨਹੀਂ ਹੈ ਕਿ ਵੀ ਤੁਸੀਂ ਵੋਟ ਜਾਂ ਟਿਕਟ ਕਦੋਂ ਦਿੱਤੀ, ਕਦੋਂ ਨਹੀਂ ਦਿੱਤੀ, ਤੇ ਤੁਹਾਡੇ ਜਿਹੜੇ ਸਰਵੇ ਹੈਗੇ ਆ ਜਾਂ ਓਪੀਨੀਅਨ ਪੋਲ ਦੇ ਵਿੱਚ ਤੁਹਾਡਾ ਕੀ ਰਿਜ਼ਲਟ ਆ ਰਿਹਾ, ਕੀ ਨਹੀਂ ਆ ਰਿਹਾ। ਮੈਟਰ ਇਹ ਕਰਦਾ ਕਿ ਤੁਸੀਂ ਜਿਹੜਾ ਤੁਹਾਡਾ ਸਾਰਾ ਗਰੁੱਪ ਆ ਉਹਨੂੰ ਕਿੰਨਾ ਕੁ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ, ਕਿੰਨਾ ਕੁ ਤੁਸੀਂ ਉਹਨਾਂ ਨੂੰ ਕਲੋਜ਼ਲੀ ਨਿਟ ਕੀਤਾ ਹੋਇਆ, ਤੇ ਕਿਹੜੇ ਤੁਹਾਡੇ ਸਿਲੈਕਟਡ ਬੰਦੇ ਨੇ ਜਿਹੜੇ ਤੁਹਾਡੇ ਨਾਲ ਤੁਰ ਰਹੇ ਨੇ, ਉਹ ਤੁਹਾਨੂੰ ਵੋਟ ਪਾਉਣਗੇ ਇਵੈਂਚੁਅਲੀ। ਇਹ ਕਹਾਣੀ ਤਾਂ ਅਖੀਰਲੇ ਦਿਨ ਪਤਾ ਲੱਗਦੀ ਹੈ। ਨਾਲੇ ਇਹ ਜਿਹੜੀਆਂ ਗੱਲਾਂ ਆਪਾਂ ਡਿਸਕਸ ਕਰ ਰਹੇ, ਇਹਦਾ ਮੂਵਮੈਂਟ ਆਫ ਟਰੁੱਥ ਜੀ 10 ਮਾਰਚ ਆ। 10 ਮਾਰਚ ਨੂੰ ਪਤਾ ਲੱਗੂਗਾ ਜਦੋਂ ਡੱਬੇ ਖੋਲਣਗੇ, ਜਦੋਂ VOTING ਮਸ਼ੀਨਾਂ 'ਚ ਕਾਊਂਟਿੰਗ ਆਊਗੀ, ਕਿ ਵਾਕਈ ਜਿਹੜੇ ਜਿਹਨੂੰ ਕਹਿੰਦੇ ਆ ਕਿ ਬੜੇ ਜ਼ਾਰ ਸੀਗੇ, ਜਿਹੜੇ ਵੱਡੇ ਨੇਤਾ ਸੀਗੇ, ਉਹ ਕਿੱਥੇ ਖੜੇ ਨੇ। ਕਿਉਂਕਿ ਇਹ ਜਿਹੜੀ ਪਬਲਿਕ ਹੈ, ਪਬਲਿਕ ਜਦੋਂ ਕਿਸੇ ਨੂੰ ਸਿਰ ਤੇ ਬਿਠਾਉਂਦੀ ਆ ਤੇ ਉਹ ਲਾਉਣਾ ਵੀ ਜਾਣਦੀ ਆ। ਇਹ ਗੱਲਾਂ ਹੈਗੀਆਂ, ਬਟ ਇਹਨਾਂ ਕੋ ਸੌਖਾ ਨਹੀਂ ਹੈ। ਇਹ ਪੰਜਾਬ ਦਾ ਬਹੁਤ ਯੂਨੀਕ ਇਲੈਕਸ਼ਨ ਹੈ। ਜਿੰਨੇ ਮੈਂ ਅੱਜ ਤੱਕ ਪੰਜਾਬ ਦੇ ਇਲੈਕਸ਼ਨ ਵਿਟਨੈਸ ਕੀਤੇ, ਉਹਨਾਂ ਸਾਰਿਆਂ ਚੋਂ ਚਾਹੇ 12 ਦਾ 17 ਦਾ 19 12 ਦਾ 17 ਦਾ ਤੇ ਹੁਣੇ 22 ਦਾ ਇਲੈਕਸ਼ਨ ਹੈ, ਵਿੱਚ ਜਿਹੜੇ 14 ਦੀਆਂ ਤੇ 19 ਦੀਆਂ ਲੋਕ ਸਭਾ ਚੋਣਾਂ ਆਈਆਂ, ਇਹ ਬੜਾ ਡਿਫਰੈਂਟ ਇਲੈਕਸ਼ਨ ਹੈ। ਇਹਨੂੰ ਪ੍ਰਿਡਿਕਟ ਕਰਨਾ ਕਿਸੇ ਸੈਫੋਲੋਜਿਸਟ ਦੇ ਬਸ ਦਾ ਰੋਗ ਨਹੀਂ ਹੈ। ਠੀਕ। ਸੋ ਮਾਨ ਸਾਹਿਬ, ਸਾਡੇ ਨਾਲ ਇਹ ਸ਼ੋਅ 'ਚ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਅਸੀਂ ਤੁਹਾਡੇ ਕੋਲੋਂ ਤੇ ਆਪਣੇ ਦਰਸ਼ਕਾਂ ਕੋਲੋਂ ਲੈਨੇ ਆਗਿਆ। ਬਹੁਤ-ਬਹੁਤ ਧੰਨਵਾਦ।